हाँ जी, सत श्री अकाल जी ते तुहाडा सब दा एक बार फिर तो स्वागत है फैक्ट पंजाब ਵੱਲੋਂ ਤੇ ਅੱਜ ਅਸੀਂ ਫਿਰ ਕੁਝ ਨਵੇਂ ਰਹੱਸਮਈ ਫੈਕਟ ਲੈ ਕੇ ਹਾਜ਼ਰ ਹੋਏ ਹਾਂ। ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਮੁਰਗੀ ਅਤੇ ਅੰਡੇ 'ਚੋਂ ਪਹਿਲਾਂ ਕੌਣ ਆਇਆ? ਭਾਰਤ ਦਾ ਪਹਿਲਾ ਵੋਟਰ ਕੌਣ ਸੀ? ਵੇਲ ਮੱਛੀ ਦੀ ਉਲਟੀ ਦੀ ਕੀਮਤ ਕਿੰਨੀ ਕੁ ਹੁੰਦੀ ਹੈ ਤੇ ਵਿਅਕਤੀ ਦੇ ਸੁਪਨੇ ਵਿੱਚ ਮਰ ਜਾਣ ਤੋਂ ਬਾਅਦ ਇੱਕਦਮ ਅੱਖ ਕਿਉਂ ਖੁੱਲ ਜਾਂਦੀ ਹੈ? ਤਾਂ ਬਣੇ ਰਹੋ ਫੈਕਟ ਪੰਜਾਬ ਦੇ ਨਾਲ ਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ। ਤੁਸੀਂ ਸੋਚ ਸਕਦੇ ਹੋ ਕਿ ਵੇਲ ਮੱਛੀ ਦੀ ਉਲਟੀ ਦੀ ਕੀਮਤ ਲੱਖਾਂ 'ਚ ਨਹੀਂ ਸਗੋਂ ਕਰੋੜਾਂ 'ਚ ਹੁੰਦੀ ਹੈ। ਜੀ ਹਾਂ, ਸੁਣ 'ਚ ਬਹੁਤ ਅਜੀਬ ਲੱਗ ਰਿਹਾ ਹੋਵੇਗਾ ਪਰ ਇਹ ਸੱਚਾਈ ਹੈ। ਵੇਲ ਦੀ ਇਸ ਉਲਟੀ ਨੂੰ ਐਕਵਾਡ ਵਿੱਚ ਐਂਬਰਗ੍ਰਿਸ ਕਿਹਾ ਜਾਂਦਾ ਹੈ ਤੇ ਇਸ ਐਂਬਰਗ੍ਰਿਸ ਨੂੰ ਤਿਆਰ ਹੋਣ ਵਿੱਚ ਸਮੁੰਦਰ 'ਚ ਕਈ ਸਾਲ ਲੱਗ ਜਾਂਦੇ ਹਨ। ਇਹ ਸਿਰਫ ਸਪਰਮ ਵੇਲ ਨਾਲ ਹੀ ਹੁੰਦਾ ਹੈ ਤੇ ਸਪਰਮ ਵੇਲ ਦੇ ਬਾਕੀਆਂ ਦੇ ਮੁਕਾਬਲੇ ਵੱਡੇ ਦੰਦ ਹੁੰਦੇ ਹਨ। ਸਪਰਮ ਵੇਲ ਦੀ ਇਹ ਉਲਟੀ ਲੰਮੇ ਸਮੇਂ ਤੱਕ ਸਮੁੰਦਰ ਵਿੱਚ ਤੈਰਦੀ ਰਹਿੰਦੀ ਹੈ। ਪਾਣੀ ਦੀ ਤੁਲਨਾ 'ਚ ਇਹਦੀ ਡੈਂਸਿਟੀ ਘੱਟ ਹੁੰਦੀ ਹੈ ਤੇ ਸੂਰਜ ਦੀ UV ਰੇਜ਼ ਤੇ ਪਾਣੀ ਵਿਚਲੇ ਨੰਗ ਦੇ ਕਾਰਨ ਹੌਲੀ-ਹੌਲੀ ਇੱਕ ਠੋਸ ਪਦਾਰਥ ਬਣ ਜਾਂਦਾ ਹੈ। ਤੇ ਤੁਸੀਂ ਸੋਚਦੇ ਹੋਵੋਗੇ ਕਿ ਇਹ ਇੱਕ ਉਲਟੀ ਐਂਬਰਗ੍ਰਿਸ ਇੰਨੀ ਇੰਪੋਰਟੈਂਟ ਕਿਉਂ ਹੈ? ਦਰਅਸਲ ਇਸ ਮਟੀਰੀਅਲ ਦੀ ਵਰਤੋਂ ਬਹੁਤ ਹੀ ਮਹਿੰਗੇ ਪਰਫਿਊਮ ਬਣਾਉਣ ਲਈ ਕੀਤੀ ਜਾਂਦੀ ਹੈ ਕਿਉਂਕਿ ਇਸ ਦੀ ਮੌਜੂਦਗੀ ਕਾਰਨ ਪਰਫਿਊਮ ਦਾ ਅਸਰ ਲੰਮੇ ਸਮੇਂ ਤੱਕ ਰਹਿੰਦਾ ਹੈ ਤੇ ਇਸ ਦੇ 1 ਗ੍ਰਾਮ ਦੀ ਕੀਮਤ 1400 ਰੁਪਏ ਹੁੰਦੀ ਹੈ ਤੇ ਇਸ ਨੂੰ ਫਲੋਟਿੰਗ 골ਡ ਵੀ ਕਿਹਾ ਜਾਂਦਾ ਹੈ। ਇੱਕ ਵਾਰ ਆਸਟ੍ਰੇਲੀਅਨ ਕਪਲ ਨੂੰ ਸਮੁੰਦਰ ਦੇ ਕੰਢੇ ਇਹ ਐਂਬਰਗ੍ਰਿਸ ਮਿਲਿਆ ਸੀ ਤੇ ਜਿਸ ਦਾ ਭਾਰ 14.75 kg ਸੀ ਤੇ ਇਸ ਦੀ ਕੀਮਤ 2 ਕਰੋੜ ਰੁਪਏ ਦੇ ਸਮਾਨ ਸੀ। ਤੇ ਗੱਲ ਕਰਦੇ ਹਾਂ ਇੰਗਲਿਸ਼ ਦੇ ਉਸ ਸੈਂਟੈਂਸ ਦੀ ਜਿਸ ਵਿੱਚ ਇੰਗਲਿਸ਼ ਅਲਫਾਬੈਟ ਦੇ A ਤੋਂ ਲੈ ਕੇ Z ਤੱਕ ਸਾਰੇ ਅੱਖਰ ਆਉਂਦੇ ਹਨ ਤੇ ਇਹ ਸੈਂਟੈਂਸ ਹੈ The quick brown fox jumps over the lazy dog। ਤੇ ਇਹ ਇੱਕ ਅਜਿਹਾ ਸੈਂਟੈਂਸ ਹੈ ਜਿਸ ਵਿੱਚ ਇੰਗਲਿਸ਼ ਦੇ ਸਾਰੇ ਅੱਖਰ ਹਨ। ਕੀ ਤੁਹਾਨੂੰ ਪਤਾ ਹੈ ਕਿ ਕਿਸੇ ਵੀ ਟ੍ਰੇਨ ਦੇ ਅਖੀਰਲੇ ਡੱਬੇ ਦੇ ਮਗਰ X ਦਾ ਨਿਸ਼ਾਨ ਕਿਉਂ ਬਣਿਆ ਹੁੰਦਾ ਹੈ ਜਾਂ LV ਕਿਉਂ ਲਿਖਿਆ ਹੁੰਦਾ ਹੈ? ਜੇਕਰ ਨਹੀਂ ਪਤਾ ਤਾਂ ਫਿਰ ਸੁਣੋ। ਇੱਕ ਟ੍ਰੇਨ ਨੂੰ ਇੱਕ ਦਿਨ ਵਿੱਚ ਬਹੁਤ ਸਾਰਾ ਸਫ਼ਰ ਚੱਲਣਾ ਪੈਂਦਾ ਹੈ। ਕਈ ਵਾਰ ਜੇਕਰ ਕੋਈ ਤਕਨੀਕੀ ਖਰਾਬੀ ਕਾਰਨ ਜੇਕਰ ਟ੍ਰੇਨ ਦੇ ਕੁਝ ਡੱਬੇ ਜਾਂ ਕੋਈ ਇੱਕ ਡੱਬਾ ਟ੍ਰੇਨ ਨਾਲੋਂ ਅਲੱਗ ਹੋ ਜਾਵੇ ਤਾਂ ਇਸ ਘਟਨਾ ਦੀ ਜਾਣਕਾਰੀ ਇੱਕ ਸਟੇਸ਼ਨ ਮਾਸਟਰ ਨੂੰ ਗੱਡੀ ਦੇ ਸਟੇਸ਼ਨ ਤੇ ਪਹੁੰਚਣ ਤੋਂ ਪਤਾ ਚੱਲ ਜਾਂਦੀ ਹੈ ਤੇ ਦੂਸਰਾ ਇੱਕ ਫਾਟਕ ਚਾਲਕ ਵਾਲਾ ਟ੍ਰੇਨ ਦੇ ਅਖੀਰਲੇ ਡੱਬੇ ਨੂੰ ਦੇਖ ਕੇ ਹੀ ਫਾਟਕ ਖੋਲ੍ਹ ਸਕਦਾ ਹੈ। ਨਹੀਂ ਤਾਂ ਅਜਿਹੀ ਸਥਿਤੀ ਵਿੱਚ ਮਗਰ ਆ ਰਹੇ ਡੱਬੇ ਬਹੁਤ ਸਾਰਾ ਨੁਕਸਾਨ ਕਰ ਸਕਦੇ ਹਨ। ਸੋ ਇਹੀ ਕਾਰਨ ਹੈ ਕਿ ਟ੍ਰੇਨ ਦੇ ਅਖੀਰਲੇ ਡੱਬੇ ਦੇ ਮਗਰ ਪੀਲੇ ਰੰਗ ਦਾ X ਬਣਿਆ ਹੁੰਦਾ ਹੈ। ਜਿਵੇਂ ਕਿ ਆਪਾਂ ਸਭ ਜਾਣਦੇ ਹੀ ਹਾਂ ਕਿ ਸਾਡੇ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਹੈ। ਉਸੇ ਤਰ੍ਹਾਂ ਦੁਨੀਆ 'ਚ ਕਈ ਅਜਿਹੇ ਦੇਸ਼ ਵੀ ਹਨ ਜਿਨ੍ਹਾਂ ਦੀਆਂ ਇੱਕ ਤੋਂ ਵੱਧ ਰਾਜਧਾਨੀਆਂ ਹਨ। ਪੂਰੇ ਵਰਲਡ ਵਿੱਚ 15 ਤੋਂ ਵੀ ਵੱਧ ਅਜਿਹੇ ਦੇਸ਼ ਹਨ ਜਿਨ੍ਹਾਂ ਦੀਆਂ ਇੱਕ ਤੋਂ ਵੱਧ ਰਾਜਧਾਨੀਆਂ ਹਨ ਅਤੇ ਸਾਊਥ ਅਫਰੀਕਾ ਇੱਕ ਅਜਿਹੀ ਕੰਟਰੀ ਹੈ ਜਿਸ ਦੀਆਂ ਪੂਰੇ ਸੰਸਾਰ ਵਿੱਚ ਸਭ ਤੋਂ ਵੱਧ ਰਾਜਧਾਨੀਆਂ ਹਨ। ਇਸ ਦੇਸ਼ ਦੀਆਂ 3 ਰਾਜਧਾਨੀਆਂ ਹਨ। ਇਹਨਾਂ ਦੇ ਨਾਂ ਹਨ ਪ੍ਰੀਟੋਰੀਆ, ਕੇਪ ਟਾਊਨ ਐਂਡ ਬਲੂਫੋਂਟੇਨ। ਕੋਈ ਵੀ ਇਨਸਾਨ ਜੋ ਸੁੱਤੇ ਪਏ ਸੁਪਨਾ ਦੇਖ ਰਿਹਾ ਹੋਵੇ ਤਾਂ ਜੇਕਰ ਅਚਾਨਕ ਹੀ ਸੁਪਨੇ ਵਿੱਚ ਉਸ ਦੀ ਮੌਤ ਹੋ ਜਾਵੇ ਤਾਂ ਅਸੀਂ ਉੱਠ ਕੇ ਬੈਠ ਜਾਂਦੇ ਹਾਂ। ਅਜਿਹਾ ਕਦੇ ਵੀ ਨਹੀਂ ਹੁੰਦਾ ਕਿ ਇਨਸਾਨ ਦੀ ਸੁੱਤੇ ਪਏ ਸੁਪਨੇ ਵਿੱਚ ਮੌਤ ਹੋ ਜਾਵੇ ਤੇ ਉਹ ਸੁਪਨੇ ਵਿੱਚ ਹੀ ਪਿਆ ਰਹੇ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਅਜਿਹਾ ਕਿਉਂ ਹੁੰਦਾ ਹੈ? ਸੁਪਨੇ ਵਿੱਚ ਮੌਤ ਹੋਣ ਦੇ ਤੁਰੰਤ ਬਾਅਦ ਅੱਖ ਕਿਉਂ ਖੁੱਲ ਜਾਂਦੀ ਹੈ? ਇਸ ਦਾ ਜਵਾਬ ਸਾਇਲੋਜੀਕਲੀ ਦਿੱਤਾ ਜਾ ਸਕਦਾ ਹੈ ਕਿਉਂਕਿ ਸਾਡੇ ਸੁੱਤੇ ਪਏ ਚੇਤਨ ਦਿਮਾਗ ਵਿੱਚ ਸਬਕੌਂਸ਼ੀਅਸ ਹਿੱਸੇ ਵਿੱਚ ਕੁਝ ਨਾ ਕੁਝ ਚੱਲਦਾ ਰਹਿੰਦਾ ਹੈ ਤੇ ਉਹ ਦਿਮਾਗ ਵਿੱਚ ਸਿਰਫ ਉਹੀ ਚੱਲਦਾ ਹੈ ਜਿਸ ਨੂੰ ਅਸੀਂ ਦੇਖਿਆ ਹੁੰਦਾ ਹੈ ਜਾਂ ਜਿਸ ਬਾਰੇ ਅਸੀਂ ਜ਼ਿਆਦਾ ਸੋਚਦੇ ਰਹਿੰਦੇ ਹਾਂ। ਤੇ ਸੁਪਨੇ ਵਿੱਚ ਮਰਨ ਤੋਂ ਬਾਅਦ ਸਾਡੀ ਇੱਕਦਮ ਅੱਖ ਤਾਂ ਖੁੱਲ ਜਾਂਦੀ ਹੈ ਕਿਉਂਕਿ ਸਾਡੇ ਦਿਮਾਗ ਨੂੰ ਇਹ ਪਤਾ ਹੀ ਨਹੀਂ ਕਿ ਮਰਨ ਤੋਂ ਬਾਅਦ ਕੀ ਹੁੰਦਾ ਹੈ। ਭਾਰਤ ਦਾ ਸਭ ਤੋਂ ਪਹਿਲਾ ਵੋਟਰ ਜਿਸ ਨੇ ਸਭ ਤੋਂ ਪਹਿਲਾਂ ਵੋਟ ਪਾਈ ਸੀ ਉਹ ਸਨ ਸ਼ਿਆਮ ਸਰਨ ਨੇਗੀ। ਹਾਂਜੀ, ਸ਼ਿਆਮ ਸਰਨ ਨੇਗੀ ਜੋ ਜੁਲਾਈ 1917 'ਚ ਹਿਮਾਚਲ ਪ੍ਰਦੇਸ਼ 'ਚ ਪੈਦਾ ਹੋਏ। ਇਹਨਾਂ ਨੇ ਸਭ ਤੋਂ ਪਹਿਲਾਂ 1957 ਦੀਆਂ ਜਨਰਲ ਇਲੈਕਸ਼ਨ 'ਚ ਵੋਟ ਪਾਈ ਤੇ ਇਸ ਬੰਦੇ ਦਾ ਆਫੀਸ਼ੀਅਲੀ ਰਿਕਾਰਡ ਵੀ ਹੈ। ਕੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਭਾਰਤ ਦੀ ਰੇਲਵੇ ਸੁਵਿਧਾ ਵਿੱਚ ਰੋਜ਼ਾਨਾ ਕਿੰਨੇ ਕੁ ਯਾਤਰੀ ਸਫ਼ਰ ਕਰਦੇ ਹੋਣਗੇ? ਇਹ ਇੱਕ ਬਹੁਤ ਵੱਡੀ ਸੰਖਿਆ ਹੈ। ਭਾਰਤ ਵਿੱਚ ਰੋਜ਼ਾਨਾ ਕੁੱਲ
2.5 ਕਰੋੜ ਲੋਕ ਰੇਲ ਗੱਡੀ ਵਿੱਚ ਸਫ਼ਰ ਕਰਦੇ ਹਨ ਤੇ ਇਹ ਸੰਖਿਆ ਆਸਟ੍ਰੇਲੀਆ ਜਿੱਡੇ ਇੱਕ ਦੇਸ਼ ਦੀ ਜਨਸੰਖਿਆ ਦੇ ਬਰਾਬਰ ਹੈ। मतलब कि जिन्नी आस्ट्रेलिया की कुल जनसंख्या है साडी 19 जनसंख्या रोज रेलवे यात्रा करती है। गूगल असिस्टेंट जो हर बार साडे कहण ते साडे कॉन्टैक्ट्स नूं ओपन करती है, टैक्स्ट टाइप करती है ते होर भी बहुत सारे काम करती है। गूगल असिस्टेंट नूं तुसीं सब ने सुनिया ही होवेगा, हैलो हाउ मै आई हैल्प यू, पर कई शैतान दिमाग उसनूं उल्ट पुलट क्वेश्चन पुछदे रहिंदे हन। एक सर्वे के अनुसार गूगल असिस्टेंट ने इस साल 4.5 ਲੱਖ इंडियंस तो मैरिज प्रपोजल रिसीव कीते। हुण गल करदे हां साडे अज दे मुख फैक्ट बारे। जी हां, असीं सारे ही इस प्रश्न द्वारा कन्फ्यूज होए हां कि पहला मुर्गी आई जां आंडा, ते हर बार इस दे नਵੇਂ उत्तर मिलदे। ਤੇ ਤੁਹਾਨੂੰ ਦੱਸ ਦਈਏ ਕਿ ਹਾਲ ਹੀ ਦੇ ਜਾਣਕਾਰੀ ਦੇ ਮੁਤਾਬਕ ਸਾਇੰਸਦਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਮੁਰਗੀ ਆਈ ਤੇ ਬਾਅਦ ਵਿੱਚ ਮੁਰਗੀ ਦਾ ਆਂਡਾ। ਪਹਿਲਾਂ ਲੋਕਾਂ ਦਾ ਮੰਨਣਾ ਸੀ ਕਿ ਮੁਰਗੀ ਨਹੀਂ ਆਂਡਾ ਪਹਿਲਾਂ ਆਇਆ, ਕਿਉਂਕਿ ਉਹ ਆਖਦੇ ਸਨ ਕਿ ਮੁਰਗੀ ਦੇ ਪੈਦਾ ਹੋਣ ਦੇ ਲਈ ਆਂਡੇ ਦੀ ਲੋੜ ਹੁੰਦੀ ਹੈ। ਪਰ ਸਾਇੰਸਦਾਨਾਂ ਦੇ ਮੁਤਾਬਕ ਮੁਰਗੀ ਦੇ ਆਂਡੇ ਨਾਲੋਂ ਮੁਰਗੀ ਪਹਿਲਾਂ ਆਈ, ਕਿਉਂਕਿ ਮੁਰਗੀ ਦੇ ਮਾਡਰਨ ਆਂਡੇ ਦੇ ਮੁਲਾਂਕਣ ਕਰਨ ਤੋਂ ਬਾਅਦ ਪਤਾ ਲੱਗਾ ਕਿ ਉਸ ਦੀ ਉੱਪਰਲੀ ਪਰਤ ਨੂੰ ਬਣਨ ਲਈ ਜੋ ਜ਼ਰੂਰੀ ਪ੍ਰੋਟੀਨ ਚਾਹੀਦਾ ਹੁੰਦਾ ਹੈ ਉਹ ਸਿਰਫ ਇੱਕ ਮੁਰਗੀ ਦੇ ਅੰਦਰ ਹੀ ਪੈਦਾ ਹੋ ਸਕਦਾ ਹੈ। ਸੋ ਸਾਇੰਸਦਾਨ ਮੰਨਦੇ ਹਨ ਕਿ ਪਹਿਲਾਂ ਮੁਰਗੀ ਆਈ। ਹਾਂ, ਇੱਕ ਹੋਰ ਗੱਲ ਵੀ ਦੱਸ ਦਈਏ ਕਿ ਮੁਰਗੀ ਆਪਣੇ ਆਂਡੇ ਨਾਲੋਂ ਪਹਿਲਾਂ ਆਈ ਹੈ, ਪਰ ਇਹ ਜ਼ਰੂਰ ਹੋ ਸਕਦਾ ਹੈ ਕਿ ਜੀਵਨ ਦੀ ਸ਼ੁਰੂਆਤ ਵਿੱਚ ਜਦੋਂ ਡਾਇਨਾਸੌਰ ਪ੍ਰਜਾਤੀ ਦਾ ਖਾਤਮਾ ਹੋ ਰਿਹਾ ਸੀ ਤਦ ਅਜਿਹੇ ਹਾਲਾਤਾਂ ਦੇ ਪ੍ਰਭਾਵਿਤ ਹੋਣ ਨਾਲ ਕਿਸੇ ਹੋਰ ਪੰਛੀ ਦੇ ਆਂਡੇ ਤੋਂ ਵੀ ਮੁਰਗੀ ਪੈਦਾ ਹੋਈ ਹੋਵੇ। ਜੀ ਹਾਂ, ਹੁਣ ਅਸੀਂ ਗੱਲ ਕਰਦੇ ਹਾਂ ਬੜੇ ਹੀ ਰੌਚਕ ਜੀਵ ਬਾਰੇ। ਉਹ ਜੀਵ ਜਿਸ ਦੇ ਖੂਨ ਦਾ ਰੰਗ ਨੀਲਾ ਹੁੰਦਾ ਹੈ। ਜੀ ਤੁਸੀਂ ਬਿਲਕੁਲ ਸਹੀ ਸੁਣਿਆ, ਇੱਕ ਆਕਟੋਪਸ ਹੀ ਅਜਿਹਾ ਜੀਵ ਹੈ ਜਿਸ ਦੇ ਖੂਨ ਦਾ ਰੰਗ ਨੀਲਾ ਹੁੰਦਾ ਹੈ। ਅਜਿਹਾ ਇਸ ਕਰਕੇ ਹੁੰਦਾ ਹੈ ਕਿਉਂਕਿ ਉਹ ਸਮੁੰਦਰ ਵਿੱਚ ਬਹੁਤ ਹੀ ਡੂੰਘਾਈ ਵਿੱਚ ਰਹਿੰਦਾ ਹੈ। ਡੂੰਘਾਈ ਅਤੇ ਜ਼ਿਆਦਾ ਪ੍ਰੈਸ਼ਰ ਵਾਲੀ ਥਾਂ ਤੇ ਹੋਣ ਕਰਕੇ ਉਸਦੇ ਖੂਨ ਵਿਚਲੇ ਹੋਮੋਗਲੋਬਿਨ ਵਿੱਚ ਆਇਰਨ ਦੀ ਜਗ੍ਹਾ ਤੇ ਕਾਪਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਉਸਦੇ ਖੂਨ ਦਾ ਰੰਗ ਨੀਲਾ ਹੁੰਦਾ ਹੈ। ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਹੋਰ ਵੀ ਰੌਚਕ ਫੈਕਟ ਜਾਣਨ ਬਾਰੇ ਸਾਡੇ ਚੈਨਲ ਦੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਿਓ।